1984 ਦੇ ਵਿੱਚ ਭਾਰਤ ਦੇ ਸਿੱਖ ਭਾਈਚਾਰੇ ਦੇ ਖਿਲਾਫ ਵਾਪਰੇ ਇਸ ਨਰਸੰਹਾਰ ਦੀਆਂ ਜੜ੍ਹਾਂ ਸਿੱਖ ਪਹਿਚਾਣ ਅਤੇ ਕੇਂਦਰ ਦੀ ਰਾਜਨੀਤਿਕ ਨੀਤੀਆਂ ਵਿੱਚ ਹਨ। 1970 ਦੇ ਦੌਰਾਨ ਪੰਜਾਬ ਵਿੱਚ ਧਾਰਮਿਕ ਅਤੇ ਸਿਆਸੀ ਮਸਲੇ ਉੱਭਰਨ ਲੱਗੇ। ਸਿੱਖ ਭਾਈਚਾਰੇ ਦੇ ਹੱਕਾਂ ਲਈ ਕੀਤੀ ਜਾਣ ਵਾਲੀਆਂ ਮੰਗਾਂ ਨੇ ਇੱਕ ਵੱਡੀ ਤਾਕਤ ਧਾਰਨ ਕਰ ਲਈ ਸੀ। ਸਿੱਖ ਆਗੂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖਾਂ ਦੇ ਅਧਿਕਾਰਾਂ ਅਤੇ ਪਹਿਚਾਣ ਲਈ ਕਈ ਅੰਦੋਲਨ ਚਲਾਏ। ਇਸ ਸੰਘਰਸ਼ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਈ ਵਾਰ ਇਹ ਲੜਾਈ ਸਰਕਾਰ ਅਤੇ ਸਿੱਖ ਆਗੂਆਂ ਦੇ ਵਿੱਚ ਟਕਰਾਅ ਵਧਾਉਂਦੀ ਗਈ, ਜੋ ਅੰਤ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਦੇ ਰੂਪ ਵਿੱਚ ਸਾਹਮਣੇ ਆਈ। ਜਦੋਂ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ 'ਤੇ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ, ਇਹ ਸਿੱਖ ਕੌਮ ਲਈ ਇੱਕ ਸ਼ੱਕ ਦੀ ਸਥਿਤੀ ਸੀ। ਇਸ ਹਮਲੇ ਨੇ ਸਿੱਖਾਂ ਦੇ ਮਨ ਵਿੱਚ ਗਹਿਰਾ ਗੁੱਸਾ ਅਤੇ ਨਫ਼ਰਤ ਪੈਦਾ ਕਰ ਦਿੱਤੀ। ਇਹ ਹਮਲਾ ਜ਼ਿਆਦਾਤਰ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ, ਪਰ ਇਸ ਨਾਲ ਸਿੱਖ ਧਾਰਮਿਕ ਸਥਾਨਾਂ ਦੀਆਂ ਪਵਿੱਤਰਤਾਵਾਂ ਨੂੰ ਵੀ ਨੁਕਸਾਨ ਪਹੁੰਚਿਆ। 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਆਪਣੇ ਸਿੱਖ ਸੁਰੱਖਿਆ ਕਰਮਚਾਰੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੇ ਦੇਸ਼ ਦੇ ਹਰ ਪਾਸੇ ਹਲਚਲ ਮਚਾ ਦਿੱਤੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਾਂ ਦਾ ਗੁੱਸਾ ਉੱਭਰਿਆ ਅਤੇ ਨਵੀਂ ਦਿੱਲੀ ਵਿੱਚ ਹਿੰਸਾ ਦੀਆਂ ਘਟਨਾਵਾਂ ਦਾ ਸ਼ੁਰੂ ਹੋਣਾ ਇਸੇ ਹੱਤਿਆ ਤੋਂ ਬਾਅਦ ਹੋਇਆ ਸੀ। ਹਾਲਾਤ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਕਾਬੂ ਤੋਂ ਬਾਹਰ ਹੋ ਗਏ ਸੀ। ਕੁਝ ਸਿਆਸੀ ਨੇਤਾਵਾਂ ਅਤੇ ਉਤਸ਼ਾਹਿਤ ਭੀੜ ਨੇ ਸਿੱਖ ਭਾਈਚਾਰੇ ਦੇ ਖਿਲਾਫ ਨਫ਼ਰਤ ਦੀ ਲਹਿਰ ਨੂੰ ਹੋਰ ਭੜਕਾ ਦਿੱਤਾ। ਇਹ ਹਿੰਸਾ ਸਿਰਫ ਲੋਕਾਂ ਦੇ ਗੁੱਸੇ ਦੀ ਪ੍ਰਤੀਕਿਰਿਆ ਨਹੀਂ ਸੀ, ਬਲਕਿ ਇਹ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਸੀ। ਕਈ ਸਿਆਸੀ ਆਗੂਆਂ ਦੁਆਰਾ ਅਜਿਹੀਆਂ ਟੋਲੀਆਂ ਦਾ ਸੰਗਠਨ ਕੀਤਾ ਗਿਆ, ਜਿਨ੍ਹਾਂ ਨੇ ਅਗਲੇ ਕੁਝ ਦਿਨਾਂ ਵਿੱਚ ਸਿੱਖਾਂ ਦੇ ਘਰਾਂ, ਦੁਕਾਨਾਂ ਅਤੇ ਗੁਰਦੁਆਰਿਆਂ 'ਤੇ ਹਮਲੇ ਕੀਤੇ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਹਮਲਾਵਰ ਟੋਲੀਆਂ ਦੀ ਵਰਤੋਂ ਕੀਤੀ ਗਈ। ਇਹ ਟੋਲੀਆਂ ਟ੍ਰੇਨਡ ਕੀਤੇ ਹੋਏ ਹਮਲਾਵਰਾਂ ਨਾਲ ਭਰੀਆਂ ਹੋਈਆਂ ਸਨ, ਜਿਨ੍ਹਾਂ ਨੂੰ ਖਾਸ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਹਿੰਸਾ ਫੈਲਾਉਣ ਲਈ ਭੇਜਿਆ ਗਿਆ ਸੀ। ਕਈ ਜਗ੍ਹਾ 'ਤੇ ਹਮਲਾਵਰਾਂ ਨੂੰ ਵੱਡੇ ਹਥਿਆਰ ਦਿੱਤੇ ਗਏ। ਉਹਨਾਂ ਨੂੰ ਜ਼ਿਆਦਾਤਰ ਮਕਾਨਾਂ ਦੀ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਮਕਾਨ ਸਿੱਖ ਪਰਿਵਾਰਾਂ ਦੇ ਹਨ। ਦਿੱਲੀ ਦੀਆਂ ਸੜਕਾਂ 'ਤੇ ਉਹਨਾਂ ਸਿੱਖ ਘਰਾਂ ਅਤੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਨੇ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਕਈ ਜਗ੍ਹਾ 'ਤੇ ਉਹਨਾਂ ਨੇ ਲੋਕਾਂ ਨੂੰ ਮਾਰ ਕੇ ਉਹਨਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਿੱਖ ਪਰਿਵਾਰਾਂ ਨੇ ਪੁਲਿਸ ਤੋਂ ਮਦਦ ਦੀ ਉਮੀਦ ਕੀਤੀ, ਪਰ ਬਦਕਿਸਮਤੀ ਨਾਲ ਪੁਲਿਸ ਦੀ ਭੂਮਿਕਾ ਬਹੁਤ ਹੀ ਗੈਰ ਜ਼ਿੰਮੇਵਾਰ ਰਹੀ। ਕਈ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਪੁਲਿਸ ਨੇ ਹਮਲਾਵਰਾਂ ਨੂੰ ਰੋਕਣ ਦੀ ਬਜਾਏ ਉਹਨਾਂ ਦੀ ਮਦਦ ਕੀਤੀ। ਇਸ ਹਿੰਸਾ ਦੌਰਾਨ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਨੇ ਗੈਰ ਮੌਜੂਦ ਅਤੇ ਨਿਰਦਈ ਭੂਮਿਕਾ ਨਿਭਾਈ। ਹਾਲਾਤ ਬਹੁਤ ਤੀਬਰਤਾ ਨਾਲ ਵਿਗੜ ਰਹੇ ਸਨ, ਪਰ ਪੁਲਿਸ ਨੇ ਬਦਕਿਸਮਤੀ ਨਾਲ ਸਿੱਖਾਂ ਨੂੰ ਮਦਦ ਦੇਣ ਤੋਂ ਇਨਕਾਰ ਕੀਤਾ। ਇਸ ਦੌਰਾਨ ਕਈ ਸਿੱਖ ਪਰਿਵਾਰਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਘਰ ਜਲਦੇ ਦੇਖੇ ਅਤੇ ਉਹਨਾਂ ਦੇ ਆਪਣੇ ਮੂਲਾਂ ਨੂੰ ਬਚਾਉਣ ਦੀ ਕੋਈ ਮਦਦ ਨਹੀਂ ਮਿਲੀ। ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਕਈ ਪੁਲਿਸ ਅਧਿਕਾਰੀਆਂ ਨੇ ਹਮਲਾਵਰਾਂ ਨੂੰ ਸਿੱਖਾਂ ਦੇ ਮਕਾਨਾਂ ਅਤੇ ਦੁਕਾਨਾਂ ਦੀ ਸੂਚੀ ਦਿੱਤੀ, ਜੋ ਕਿ ਇੱਕ ਨਰਸੰਹਾਰ ਲਈ ਇੱਕ ਪੂਰੀ ਤਿਆਰੀ ਦਾ ਹਿੱਸਾ ਸੀ। ਸਿੱਖ ਭਾਈਚਾਰੇ ਦੇ ਸਦੱਸਿਆਂ ਨੂੰ ਉਸ ਸਮੇਂ ਲੱਗਾ ਕਿ ਸਾਡਾ ਸਿੱਧਾ ਸਾਥ ਦੇਣ ਵਾਲਾ ਕੋਈ ਨਹੀਂ। ਇਹ ਸਿਰਫ ਸਮਾਜਿਕ ਤਣਾਅ ਦੀ ਸਥਿਤੀ ਨਹੀਂ ਸੀ, ਸਗੋਂ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਇੱਕ ਪੂਰੀ ਕੌਮ ਨੂੰ ਮਿਟਾਉਣ ਦਾ ਯੋਜਨਾਬੱਧ ਤਰੀਕਾ ਸੀ। 1984 ਦੇ ਸਿੱਖ ਕਤਲੇਆਮ ਦੇ ਨਤੀਜੇ ਬਹੁਤ ਹੀ ਦੁਰਹੀਨ ਸਨ। ਇਸ ਕਤਲੇਆਮ ਵਿੱਚ ਬੇਹਿਸਾਬ ਸਿੱਖ ਪਰਿਵਾਰਾਂ ਦੀਆਂ ਜਾਨਾਂ ਗਈਆਂ। ਹਜ਼ਾਰਾਂ ਘਰ, ਗੁਰਦੁਆਰੇ ਅਤੇ ਸੰਸਥਾਵਾਂ ਨੂੰ ਬਰਬਾਦ ਕੀਤਾ ਗਿਆ। ਕਈ ਮਹਿਲਾਵਾਂ ਨਾਲ ਅਪਮਾਨਜਨਕ ਤਰੀਕੇ ਨਾਲ ਬਦਸਲੂਕੀ ਕੀਤੀ ਗਈ, ਉਹਨਾਂ ਦੇ ਰੇਪ ਕੀਤੇ ਗਏ, ਬੱਚਿਆਂ ਨੂੰ ਮਾਰਿਆ ਗਿਆ ਅਤੇ ਬੇਦੋਸ਼ ਬਜ਼ੁਰਗਾਂ ਨੂੰ ਤਸ਼ੱਦਦ ਨਾਲ ਮਾਰਿਆ ਗਿਆ। ਇਸ ਨਾਲ ਸਿੱਖਾਂ ਦੇ ਮਨ 'ਚ ਸਦੀਆਂ ਤੱਕ ਭਰਪੂਰ ਦਰਦ ਅਤੇ ਖੌਫ ਰਹਿ ਗਿਆ। 1984 ਦੇ ਸਿੱਖ ਕਤਲੇਆਮ ਤੋਂ ਬਾਅਦ ਨਿਆਂ ਦੀ ਲੰਬੀ ਲੜਾਈ ਸ਼ੁਰੂ ਹੋਈ। ਕਤਲੇਆਮ ਪੀੜਤਾਂ ਨੇ ਨਿਆਂ ਦੀ ਉਮੀਦ ਨਾਲ ਅਰਜ਼ੀਆਂ ਦਾਇਰ ਕੀਤੀਆਂ ਅਤੇ ਜਥੇਬੰਦੀਆਂ ਨੇ ਆਵਾਜ਼ ਉਠਾਈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਇਸ ਘਟਨਾ ਦੀ ਜਾਂਚ ਲਈ ਕਈ ਕਮਿਸ਼ਨ ਅਤੇ ਕਮੇਟੀਆਂ ਬਣਾਈਆਂ ਗਈਆਂ, ਪਰ ਦਿੱਲੀ ਵਿੱਚ ਸਿੱਖ ਨਰਸੰਹਾਰ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਬਹੁਤ ਹੀ ਸੁਸਤੀ ਨਾਲ ਚੱਲਦੀ ਰਹੀ। ਇਸ ਦੌਰਾਨ ਕਈ ਲੋਕ ਨਿਰਾਸ਼ ਹੋ ਗਏ ਅਤੇ ਨਿਆਂ ਪ੍ਰਾਪਤ ਕਰਨ ਲਈ ਕਈ ਸਾਲਾਂ ਦੀ ਮਿਹਨਤ ਸਿਰਫ ਨਾਕਾਮ ਰਹੀ। ਕੋਈ ਸਬੂਤ ਨਹੀਂ ਇਕੱਠੇ ਕੀਤੇ ਗਏ ਅਤੇ ਇਸ ਇਨਸਾਫ ਪ੍ਰਣਾਲੀ ਵਿੱਚ ਅਨੇਕਾਂ ਬਾਧਾਵਾਂ ਨੇ ਇਸ ਮਾਮਲੇ ਨੂੰ ਕੱਚੇ ਧਾਗੇ ਵਾਂਗ ਲਮਕਾ ਕੇ ਰੱਖਿਆ।
ਕਈ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਨੇ ਵੀ ਨਿਆਂ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਅਣਗੌਲ ਕੀਤੀ। ਨਿਰਪੱਖ ਜਾਂਚ ਅਤੇ ਨਿਆਂ ਦੇ ਕਦੇ-ਕਦੇ ਕੋਈ ਸੰਕੇਤ ਹੀ ਨਹੀਂ ਮਿਲੇ, ਕਿਉਂਕਿ ਕਈ ਦਫਾ ਇਹ ਦੋਸ਼ ਲਾਏ ਜਾਂਦੇ ਰਹੇ ਕਿ ਕਤਲੇਆਮ ਦੇ ਦੋਸ਼ੀਆਂ ਵਿੱਚ ਕਈ ਸਿਆਸੀ ਅਧਿਕਾਰੀ ਅਤੇ ਪ੍ਰਮੁੱਖ ਅਸਾਮੀਆਂ ਵੀ ਸ਼ਾਮਲ ਸਨ। ਜਾਂਚ ਕਮਿਸ਼ਨਾਂ ਵਿੱਚ ਸ਼ਾਹ ਨਵਾਜ਼ ਕਮਿਸ਼ਨ, ਠਾਕੁਰ ਕਮਿਸ਼ਨ, ਜੈਨ ਅਗਰਵਾਲ ਕਮਿਸ਼ਨ ਅਤੇ ਦਿੱਲੀ ਹਾਈ ਕੋਰਟ ਦੀ ਜਾਂਚ ਕਮੇਟੀ ਵਰਗੀਆਂ ਕਈ ਕਮੇਟੀਆਂ ਬਣਾਈਆਂ ਗਈਆਂ। ਹਾਲਾਂਕਿ ਇਹਨਾਂ ਵਿੱਚੋਂ ਕੁਝ ਨੇ ਦੋਸ਼ੀਆਂ ਨੂੰ ਚਿਣਨ ਲਈ ਰਿਪੋਰਟਾਂ ਜਾਰੀ ਕੀਤੀਆਂ, ਪਰ ਅਸਲੀਅਤ ਵਿੱਚ ਅਜਿਹੇ ਕਈ ਦੋਸ਼ੀ ਕਦੇ ਕਾਨੂੰਨੀ ਦਾਇਰੇ ਵਿੱਚ ਆਏ ਨਹੀਂ। ਕਈ ਨੇਤਾਵਾਂ ਦੇ ਖਿਲਾਫ ਸਿੱਧੇ ਸਬੂਤ ਮਿਲਣ ਦੇ ਬਾਵਜੂਦ ਉਹ ਸਜ਼ਾ ਤੋਂ ਬਚਦੇ ਰਹੇ। ਕਈ ਹੱਦ ਤੱਕ ਇਹ ਮੰਨਿਆ ਗਿਆ ਕਿ ਇਹ ਸਭ ਕਮਿਸ਼ਨਾਂ ਅਤੇ ਰਿਪੋਰਟਾਂ ਕੇਵਲ ਲੋਕਾਂ ਨੂੰ ਸ਼ਾਂਤ ਕਰਨ ਲਈ ਹੀ ਬਣਾਈਆਂ ਗਈਆਂ ਸਨ, ਪਰ ਉਹਨਾਂ ਦਾ ਨਤੀਜਾ ਸੰਤੋਸ਼ਜਨਕ ਨਹੀਂ ਸੀ। ਸਿੱਖ ਨਰਸੰਹਾਰ ਤੋਂ ਬਾਅਦ ਪੀੜਤ ਸਿੱਖ ਭਾਈਚਾਰੇ ਦੇ ਵਿੱਚ ਦਿਲ ਤੋੜਨ ਵਾਲੀ ਨਿਰਾਸ਼ਾ ਫੈਲ ਗਈ। ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਆਪਣੀਆਂ ਜਾਨਾਂ ਦੀਆਂ ਹਾਨੀਆਂ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕੀਤਾ। ਉਹਨਾਂ ਨੂੰ ਨਿਆਂ ਦੀ ਲੰਮੀ ਲੜਾਈ ਚਲਾਉਣੀ ਪਈ ਅਤੇ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਨਿਆਂ ਪ੍ਰਾਪਤ ਕਰਨਾ ਔਖਾ ਹੋ ਗਿਆ। ਇਸ ਘਟਨਾ ਦਾ ਸਿੱਖ ਭਾਈਚਾਰੇ 'ਤੇ ਗਹਿਰਾ ਪ੍ਰਭਾਵ ਪਿਆ, ਜਿਸ ਨੇ ਉਸ ਸਮੇਂ ਅਤੇ ਅੱਜ ਤੱਕ ਭਾਰਤ ਦੇ ਸਿੱਖਾਂ ਨੂੰ ਇੱਕ ਨਿਆਂ ਪ੍ਰਣਾਲੀ ਵਿੱਚ ਸ਼ੱਕ ਕਰਨ ਲਈ ਮਜਬੂਰ ਕਰ ਦਿੱਤਾ। ਸਿੱਖ ਭਾਈਚਾਰੇ ਦੇ ਵਿੱਚ ਇਹ ਭਾਵਨਾ ਬਣੀ ਕਿ ਭਾਰਤੀ ਨਿਆਂ ਪ੍ਰਣਾਲੀ ਉਹਨਾਂ ਦੇ ਨਾਲ ਨਿਆਂ ਕਰਨ ਵਿੱਚ ਅਸਫਲ ਰਹੀ ਹੈ। 1984 ਦਾ ਸਿੱਖ ਕਤਲੇਆਮ ਸਿਰਫ ਇੱਕ ਕਤਲੇਆਮ ਨਹੀਂ ਸੀ, ਸਗੋਂ ਇੱਕ ਪੂਰੀ ਕੌਮ ਦੇ ਮਨ ਮਸਤਕ ਨੂੰ ਝੰਜੋੜਨ ਵਾਲੀ ਘਟਨਾ ਸੀ। 1984 ਤੋਂ ਬਾਅਦ ਸਿੱਖ ਭਾਈਚਾਰੇ ਨੇ ਆਪਣੀ ਪਹਿਚਾਣ ਅਤੇ ਅਧਿਕਾਰਾਂ ਦੀ ਲੜਾਈ ਲਈ ਕਈ ਅੰਦੋਲਨ ਸ਼ੁਰੂ ਕੀਤੇ। ਕਈ ਸੁਧਾਰ ਅੰਦੋਲਨਾਂ ਨੇ ਇਸ ਕਤਲੇਆਮ ਦੀ ਯਾਦ ਨੂੰ ਜਿਉਂਦਾ ਰੱਖਿਆ ਅਤੇ ਇਹ ਯਾਦ ਕਰਵਾਉਂਦਾ ਹੈ ਕਿ ਕਿਵੇਂ ਇੱਕ ਨਰਸੰਹਾਰ ਇੱਕ ਕੌਮ ਨੂੰ ਹੱਲਣ ਲਈ ਮਜਬੂਰ ਕਰ ਸਕਦਾ ਹੈ। ਇਸ ਕਤਲੇਆਮ ਨੇ ਸਿੱਖਾਂ ਵਿੱਚ ਇਕੱਤਰਤਾ ਅਤੇ ਆਤਮ ਵਿਸ਼ਵਾਸ ਦੀ ਨਵੀਂ ਲਹਿਰ ਪੈਦਾ ਕੀਤੀ।